जो दिल्ली के चारों तरफ बैठा हुआ है वो किसान हैं। अभी तो किसान नहीं मान रहे थे, आज पक्की मोहर सरकार की लग के आई कि वे किसान हैं, अपनी बात रख सकते हैं। पार्लियामेंट के बाहर किसान पार्लियामेंट चलाना भी जानता है, और जो पार्लियामेंट में लोग बैठे अगर वे आवाज नहीं उठाना तो उनकी आवाज दबाना भी जानते हैं। द खालस टीवी की खास रिपोर्ट ਦੇ ਵਿੱਚ ਸਭ ਦਾ ਸਵਾਗਤ ਹੈ। ਮੈਂ ਹਰਸ਼ਰਨ ਕੌਰ। ਅੱਜ ਕਿਸਾਨਾਂ ਨੇ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ। किसान ਜਿਹੜੇ ਹੁਣ ਤੱਕ ਸਿਰਫ ਤੇ ਸਿਰਫ ਹਲ ਦੇ ਨਾਲ ਬੰਜਰ ਜ਼ਮੀਨ ਪੁੱਟਣ ਲਈ ਜਾਣੇ ਜਾਂਦੇ ਸੀ, ਨਿਤ ਨਵਾਂ ਇਤਿਹਾਸ ਰਚ ਰਹੇ ਨੇ। ਦ ਖਾਲਸ ਟੀਵੀ ਦੀ ਖਾਲਸ ਰਿਪੋਰਟ ਦੇ ਵਿੱਚ ਸਭ ਦਾ ਸਵਾਗਤ ਹੈ। ਮੈਂ ਹਰਸ਼ਰਨ ਕੌਰ। ਗੱਲ ਕਰਾਂਗੇ ਕਿਸਾਨਾਂ ਦੀ ਸੰਸਦ ਦੀ। ਭਾਰਤ ਦਾ ਕਿਸਾਨ ਜਿਹੜਾ ਕਿ ਹੁਣ ਤੱਕ ਹਲ ਚਲਾ ਕੇ ਬੰਜਰ ਜ਼ਮੀਨ ਵਾਹੁਣ ਦੇ ਵਜੋਂ ਜਾਣਿਆ ਜਾਂਦਾ ਸੀ, ਉਹ ਕਿਸਾਨ ਹੁਣ ਇਤਿਹਾਸ ਰਚਣ ਲੱਗਿਆ, ਜਾਂ ਕਹਿ ਸਕਦੇ ਹਾਂ ਕਿ ਕਿਸਾਨ ਨੇ ਆਪਣੀ ਕਿਸਮਤ ਖੁਦ ਲਿਖਣੀ ਸਿੱਖ ਲਈ ਹੈ। ਭਾਰਤ ਦੇ ਕਿਸਾਨ ਸਭ ਤੋਂ ਵੱਡਾ ਅਤੇ ਲਗਾਤਾਰ ਮਹੀਨਿਆਂ ਬੱਧੀ ਅੰਦੋਲਨ ਚਲਾ ਕੇ ਜਿੱਥੇ ਵਿਸ਼ਵ ਪੱਧਰ ਤੇ ਇਤਿਹਾਸ ਰਚ ਚੁੱਕੇ ਨੇ, ਉੱਥੇ ਹੁਣ ਉਹਨਾਂ ਨੇ ਅੱਜ ਦੇਸ਼ ਦੀ ਪਾਰਲੀਮੈਂਟ ਦੇ ਬਾਹਰ ਕਿਸਾਨ ਸੰਸਦ ਲਾ ਕੇ ਇੱਕ ਹੋਰ ਇਤਿਹਾਸ ਰਚ ਦਿੱਤਾ ਹੈ। ਆਜ਼ਾਦ ਭਾਰਤ ਦੇ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰੀ ਹੈ ਜਦੋਂ ਅੰਦਰ ਸੰਸਦ ਹੈ, ਜਿਹੜੀ ਸਰਕਾਰ ਦੀ ਸੰਸਦ ਹੈ, ਉਹ ਜਿਸ ਮੁੱਦੇ ਤੇ ਗੱਲ ਕਰਨ ਤੋਂ ਟਾਲਾ ਵੱਟ ਰਹੀ ਹੈ, ਉਸੇ ਮੁੱਦੇ ਤੇ ਕਿਸਾਨ ਪੈਰਲਲ ਪਾਰਲੀਮੈਂਟ ਚਲਾ ਰਹੇ ਨੇ। ਤੇ ਇਹ पार्लियामेंट है जी उदों तक चलेगी जदों तक सरकार दी संसद चलेगी। आज भी जो है हरियाणा के अंदर हम देखते हैं कि पिछले 2 साल से किसान जो है, जो टमाटर पैदा करता है, वो 2 साल से अपनी फसलों को सड़क पर फेंकने के लिए मजबूर है। तो ये जो दावे हैं सरकार के कि आमदनी दोगुनी कर देंगे, सच्चाई है आमदनी घट रही है। कर्जा मुक्ति नहीं की, कर्जा किसान के ऊपर बढ़ता जाने लग रहा है। और अब ये जो कानून लेके आए हैं, इसके चलते पूरे देश को, इस देश के अन्नदाताओं को सरकार उन अडानी अंबानी के हवाले करना चाहती है जो पहले से ही इस देश की जनता का खून चूस रहे हैं। ते तीसरा इतिहास मेरे देश के किसान ने उस वक्त रच दिता है जदों किसानां ने विरोधी धिर दे सारे जिन्नियां भी विरोधी धिरां ने सारे सांसदां नूं खेती कानून दी गल करन तक अड़े रहण दा विप जारी कर दिता। किसान ने विप जारी करन दी सिफारिश नहीं की, बल्कि एक तरह दे हुक्म कीते ने। दिलचस्प गल यह है कि सारी विरोधी धिरां ने जिहड़ियां सारियां विरोधी धिरां वो विप ते पैरा देण दे लई दृढ़ ने ते संसद दे विच इस दी पूरी गूंज है, किसानां दे मुद्दे दी पूरी गूंज है। विप दे मुताबिक सरकार दे विच विरोधी धिर नूं बाइकआउट ना करन अते 3 काले खेती कानूनां नूं रद्द कराउण तक अड़े रहण दे लई कहा गया। किसान लीडरां ने इस ते संतुष्टि भी जताई है कि विरोधी धिरां उन्हां दे वल्लों जारी विप ते पूरी तरह दे नाल पैरा देण दी वाह ला रहीआं ने। किसानां ने क्योंकि नाल ही चेतावनी भी दे दित्ती सी कि जे तुसीं संसद दे विच साडी गल यानी कि किसानां दी गल ना कीती, तुहाडा भी उही हशर होवेगा जो बीजेपी वालिआं दा, यानी कि बीजेपी दे लीडरां दे वांगू तुहानूं भी असीं घरां तों बाहर नहीं निकलण देवांगे। ते अज ਇਹ ਇਤਿਹਾਸ ਹੀ ਤਾਂ ਰਚਿਆ ਜਾ ਰਿਹਾ ਹੈ ਕਿ ਵਿਰੋਧੀ ਧਿਰ ਦਾ ਹਰ ਮੈਂਬਰ ਹੈ ਜਿਹੜਾ ਕਿਸਾਨਾਂ ਦੇ ਹੱਕ ਵਿੱਚ ਡਟ ਕੇ ਖੜਨ ਦਾ ਦਾਅਵਾ ਕਰ ਰਿਹਾ ਹੈ। ਜਿਹੜੀ ਵਿਪ ਜਾਰੀ ਕੀਤੀ ਹੈ, ਵਿਪ ਮੈਂ ਸਮਝਦਾ ਹਾਂ ਕਿ ਬਹੁਤ ਪ੍ਰਭਾਵਸ਼ਾਲੀ ਰਹੀ ਹੈ ਜੀ। ਨਹੀਂ ਤਾਂ ਅਕਸਰ ਜਿਹੜੀਆਂ ਵਿਰੋਧੀ ਧਿਰਾਂ ਹੁੰਦੀਆਂ ਆਪਾਂ ਦੇਖਿਆ ਹੀ ਹੈ, ਜਦੋਂ ਕੋਈ ਗੱਲ ਹੁੰਦੀ ਹੈ ਤੇ ਇਹ ਮਤਲਬ ਵਾਕਆਊਟ ਕਰਕੇ ਬਾਹਰ ਆ ਜਾਂਦੀਆਂ। ਉਹਨਾਂ ਵਾਸਤੇ ਮੈਦਾਨ ਖਾਲੀ ਛੱਡਣ ਦੇ, ਉਹ ਜੋ ਮਰਜ਼ੀ ਮਤਲਬ ਕੰਮ ਕਰਕੇ ਫੜਾ ਹੁੰਦੇ ਆ। ਠੀਕ ਹੈ। ਇਸ ਵਾਰੀ ਅਸੀਂ ਵਿਪ ਜਾਰੀ ਕਰਦੇ ਹਾਂ, ਉਹਦੇ ਵਿੱਚ 2 ਲਾਈਨਾਂ ਪਾਈਆਂ ਸੀ ਕਿ ਭਾਈ ਤੁਹਾਨੂੰ ਅਸੀਂ ਚੁਣ ਕੇ ਭੇਜਿਆ, ਤੁਹਾਨੂੰ ਇੱਕ ਵੋਟ ਦੇ ਕੇ ਇਸ ਕੁਰਸੀ ਤੇ ਬਾਇਆ ਜੀ, ਤੁਸੀਂ ਬਾਹਰ ਨਹੀਂ ਆਓਗੇ, ਭਾਵੇਂ ਤੁਹਾਡੇ ਨਾਲ ਕੁਝ ਵੀ ਹੋਵੇ, ਅੰਦਰ ਤੁਸੀਂ ਅੰਦਰੇ ਰਹੋਗੇ, ਸਾਡੀ ਗੱਲ ਉਠਾਉਂਦੇ ਰਹੋਗੇ, ਸਾਡੀ ਗੱਲ ਆਵਾਜ਼ ਉਠਾਉਂਦੇ ਰਹੋਗੇ। ਜੀ ਜੀ। ਅਗਰ ਤੁਸੀਂ ਬਾਹਰ ਆ ਕੇ ਕੋਈ ਗਲਤੀ ਕੀਤੀ, ਕਿਸੇ ਨੇ ਸਾਡੀ ਆਵਾਜ਼ ਅੰਦਰ ਨਾ ਉਠਾਈ, ਤਾਂ ਫਿਰ ਜਿਹੜਾ ਕੁਛ ਅੱਜ ਬੀਜੇਪੀ ਨਾਲ ਹਰਿਆਣੇ ਤੇ ਪੰਜਾਬ ਦੇ ਵਿੱਚ ਯੂਪੀ 'ਚ ਹੋ ਰਿਹਾ ਹੈ, ਇਹ ਸਮਝ ਲਓ ਤੁਹਾਡੇ ਨਾਲ ਵੀ ਹੋਏਗਾ। ਠੀਕ ਹੈ। ਫਿਰ ਅਸੀਂ ਤੁਹਾਨੂੰ, ਤੁਹਾਡੇ ਤੇ ਸਾਡਾ ਰਾਈਟ ਹੈ, ਸਾਡਾ ਹੱਕ ਹੈ, ਅਸੀਂ ਆਪਦਾ ਹੱਕ ਰੱਖ ਕੇ ਤੁਹਾਨੂੰ ਮਤਲਬ ਇਹ ਗੱਲਾਂ ਦੀ ਡਿਊਟੀ ਲਾਉਣੇ ਆ ਕਿ ਇਹ ਡਿਊਟੀ ਨਿਭਾਓ। ਅੰਦਰ ਅਗਰ ਨਹੀਂ ਨਿਭਾਓਗੇ ਤਾਂ ਫਿਰ ਅਸੀਂ ਆਪਦੀ ਮਤਲਬ ਹਿਸਾਬ ਤਾਂ ਲਵਾਂਗੇ ਨਾ। ਉਹ ਤਾਂ ਤੁਸੀਂ ਸਾਡਾ ਜਿਹੜਾ ਮੁੱਲ ਅਸੀਂ ਚਾਹੁੰਦੇ ਸੀਗੇ ਕਿ ਤੁਸੀਂ ਅੰਦਰ ਜਾ ਕੇ ਸਾਡਾ ਆਹ ਮੁੱਲ ਤਾਰੋਗੇ, ਤਾਂ ਤੁਸੀਂ ਤਾਰਿਆ ਨਹੀਂ। ਫਿਰ ਤੇ ਲੋਕ ਉਹ ਮੁੱਲ ਨਹੀਂ ਜੋ ਤੁਸੀਂ ਤਾਰਿਆ, ਆਪਦਾ ਗੁੱਸੇ ਦੇ ਨਾਲ ਆਪਦਾ ਗੁੱਸੇ ਦਾ ਇਜ਼ਹਾਰ ਕਰਨਗੇ, ਤੁਹਾਨੂੰ ਦਿਖਾਉਣਗੇ ਵੀ ਜੇ ਤੁਸੀਂ ਸਾਡੇ ਨਾਲ ਮਤਲਬ ਵਫਾ ਨਹੀਂ ਕੀਤਾ, ਵਫਾਦਾਰੀ ਨਹੀਂ ਨਿਭਾਈ,
ਤਾਂ ਫਿਰ ਅਸੀਂ ਵੀ ਤਾਂ ਮਤਲਬ ਆਹ ਕੁਛ ਕਰਨ ਜਾਣਦੇ ਹਾਂ ਨਾ, ਫਿਰ ਉਹਨਾਂ ਉਹ ਗੁੱਸੇ ਦਾ ਲੋਕਾਂ ਦੇ ਦਾ ਸਾਹਮਣਾ ਕਰਨ ਲਈ ਵੀ ਤਿਆਰ ਰਹਿਣ। ਸੋ ਉਹਦਾ ਅਸਰ ਆਇਆ ਹੈ। ਠੀਕ ਹੈ। ਸਾਰੇ ਲੀਡਰਾਂ ਨੇ ਅੰਦਰ ਆਵਾਜ਼ ਉਠਾਈ ਹੈ। 2 ਦਿਨ ਸੰਸਦ ਚੱਲਣ ਨਹੀਂ ਦਿੱਤੀ। ਬਹੁਤ ਅੱਛਾ ਹੋ ਰਿਹਾ ਹੈ, ਚੰਗਾ ਪ੍ਰਭਾਵ ਰਿਹਾ ਹੈ ਉਸ ਸਾਡੀ ਜਿੱਤ ਦਾ। ਸੋ ਕਿਸਾਨਾਂ ਦੇ ਇਸ ਸੰਘਰਸ਼ ਦੇ ਨਵੇਂ ਪੜਾਅ ਦੇ ਮੁਤਾਬਿਕ ਸੰਸਦ ਦੇ ਬਾਹਰ ਕਿਸਾਨ ਪਾਰਲੀਮੈਂਟ ਦੇ ਵਿੱਚ ਬਾਕਾਇਦਾ 3 ਖੇਤੀ ਕਾਨੂੰਨਾਂ ਤੇ ਚਰਚਾ ਲਗਾਤਾਰ ਹੁੰਦੀ ਰਹੇਗੀ ਤੇ ਕਿਸਾਨਾਂ ਦੀ ਇਹ ਸੰਸਦ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਲੋਕ ਸਭਾ ਤੇ ਰਾਜ ਸਭਾ ਨੇ ਜਿਹੜੀਆਂ ਉਹ ਚੱਲਦੀਆਂ ਰਹਿਣਗੀਆਂ। ਜਿਸ ਦਿਨ ਪਾਰਲੀਮੈਂਟ ਦੇ ਵਿੱਚ ਛੁੱਟੀ ਹੋਵੇਗੀ ਕਿਸਾਨ ਆਪਣੇ ਮੋਰਚਿਆਂ ਦੇ ਵਿੱਚ ਡਟੇ ਰਹਿਣਗੇ ਤੇ ਇਹ ਇਤਿਹਾਸ ਨਹੀਂ ਤਾਂ ਹੋਰ ਕੀ ਹੈ, ਇਤਿਹਾਸ ਹੀ ਰਚਿਆ ਜਾ ਰਿਹਾ ਹੈ ਕਿਸਾਨਾਂ ਦੇ ਵੱਲੋਂ ਕਿ ਅੰਦਰ ਸਰਕਾਰੀ ਸੰਸਦ ਚੱਲ ਰਹੀ ਹੈ, ਦੇਸ਼ ਦੀ ਸੰਸਦ ਚੱਲ ਰਹੀ ਹੈ ਤੇ ਬਾਹਰ ਕਿਸਾਨਾਂ ਦੀ ਸੰਸਦ ਚੱਲ ਰਹੀ ਹੈ। ਤੇ ਇਹ ਵੀ ਬੜੇ ਪਤੇ ਦੀ ਗੱਲ ਹੈ ਕਿ ਸਿਆਸੀ ਪਾਰਟੀਆਂ ਦੇ ਵੱਲੋਂ ਵਿਪ ਜਾਰੀ ਹੁੰਦੀਆਂ ਪੜਨ ਸੁਣਨ ਨੂੰ ਮਿਲਦੀਆਂ ਰਹੀਆਂ ਨੇ, ਪਰ ਕਿਸਾਨਾਂ ਦੇ ਵੱਲੋਂ ਵਿਪ ਜਾਰੀ ਕੀਤੀ ਗਈ ਹੈ ਇਹ ਪਹਿਲੀ ਵਾਰੀ ਦੇਖਣ ਸੁਣਨ ਤੇ ਪੜਨ ਨੂੰ ਮਿਲਿਆ ਹੈ। ਇਹ ਪਹਿਲੀ ਵਾਰੀ ਵਰਤਾਰਾ ਵਾਪਰਿਆ ਹੈ ਤੇ ਸਾਡੀ ਜਾਣਕਾਰੀ ਤਾਂ ਇਹ ਵੀ ਕਹਿੰਦੀ ਹੈ ਕਿ ਕਿਸਾਨਾਂ ਦੇ ਵੱਲੋਂ ਜਿਹੜੀ ਵਿਪ ਜਾਰੀ ਕੀਤੇ ਜਾਣ ਦਾ ਇਹ ਕਦਮ ਹੈਗਾ ਜਾਂ ਫਿਰ ਸੰਸਦ ਦੇ ਬਾਹਰ ਪਾਰਲੀਮੈਂਟ ਲਾਉਣ ਦਾ ਕਦਮ ਹੈ ਕਿਸਾਨਾਂ ਦੇ ਵੱਲੋਂ। ਇਹ ਕੱਲਾ ਸਾਡੇ ਦੇਸ਼ 'ਚ ਨਹੀਂ ਪਹਿਲੀ ਵਾਰੀ ਵਾਪਰਿਆ ਬਲਕਿ ਪੂਰੀ ਦੁਨੀਆ ਦੇ ਵਿੱਚ ਪਹਿਲੀ ਵਾਰੀ ਕਿਸੇ ਮੁਲਕ ਦੇ ਕਿਸਾਨਾਂ ਨੇ ਪੈਰਲਲ ਜਿਹੜੀ ਹੈਗੀ ਹੈ ਪਾਰਲੀਮੈਂਟ ਲਾ ਰੱਖੀ ਹੈ ਤੇ ਵਿਪ ਵੀ ਜਾਰੀ ਕੀਤੀ ਹੈ। ਤੇ ਉਸ ਤੋਂ ਵੀ ਵੱਡੀ ਗੱਲ ਹੈ ਕਿ ਉਸ ਵਿਪ ਦਾ ਪੂਰਾ ਪ੍ਰਭਾਵ ਹੈ, ਜਿਹੜੀ ਕਿਸਾਨਾਂ ਨੇ ਵੋਟਰਸ ਵਿਪ ਜਾਰੀ ਕੀਤੀ ਹੈ ਉਸ ਦਾ ਪੂਰਾ ਦਬਾਅ ਮੰਨ ਰਹੀਆਂ ਨੇ ਵਿਰੋਧੀ ਧਿਰਾਂ। ਇਸੇ ਕਰਕੇ ਸੰਸਦ ਦੇ ਵਿੱਚ ਕਾਲੇ ਕਾਨੂੰਨ ਰੱਦ ਕਰੋ, ਕਾਲੇ ਕਾਨੂੰਨ ਵਾਪਸ ਲਓ ਦੇ ਨਾਅਰੇ ਨੇ ਜਿਹੜੇ ਉਹ ਮੋਦੀ ਸਰਕਾਰ ਦੇ ਕੰਨ ਪਾੜ ਰਹੇ ਨੇ। माननीय अध्यक्ष जी, ਤੇ ਪਾਰਲੀਮੈਂਟ ਦੇ ਬਾਹਰ ਸੰਸਦ ਚਲਾਉਣ ਦਾ ਦਮ ਵੀ ਕਿਸਾਨ ਹੀ ਰੱਖਦੇ ਨੇ। ਇਸ ਤੋਂ ਪਹਿਲਾਂ ਅਸੈਂਬਲੀ ਦੇ ਬਾਹਰ ਪੈਰਲਲ ਅਸੈਂਬਲੀ ਤਾਂ 2 ਵਾਰੀ ਚੱਲ ਚੁੱਕੀ ਹੈ। ਪੈਰਲਲ ਅਸੈਂਬਲੀ ਵਿੱਚ ਇੱਕ ਮੁੱਦੇ ਨੂੰ ਲੈ ਕੇ ਇੱਕ ਵਿਸ਼ੇਸ਼ ਪਾਰਟੀ ਹੀ ਆਪਣੀ ਗੱਲ ਕਹਿਣ ਤੱਕ ਸੀਮਿਤ ਰਹੀ ਹੈ, ਪਰ ਕਦੇ ਕਿਸਾਨਾਂ ਨੇ ਅਜਿਹਾ ਕਦੇ ਨਹੀਂ ਕੀਤਾ ਸੀ। ਚੰਡੀਗੜ੍ਹ ਦੇ ਵਿੱਚ ਸਭ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਨੇ ਹਰਿਆਣਾ ਸਰਕਾਰ ਵਿੱਚ ਵਿਰੋਧੀ ਧਿਰ ਹੁੰਦਿਆਂ ਵਿਧਾਨ ਸਭਾ ਦੇ ਬਾਹਰ ਪੈਰਲਲ ਅਸੈਂਬਲੀ ਚਲਾਈ ਸੀ। ਇਹ ਉਹ ਤੁਹਾਨੂੰ ਦੱਸ ਰਹੇ ਹਾਂ ਕਿ ਹੁਣ ਤੱਕ ਕਦੋਂ ਅਜਿਹਾ ਵਾਪਰਿਆ ਹੈ, ਪਰ ਇਹ ਇੱਕ ਸਿਆਸੀ ਪਾਰਟੀ ਦੇ ਵੱਲੋਂ ਹੀ ਕੀਤਾ ਗਿਆ ਸੀ। ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਪੈਰਲਲ ਅਸੈਂਬਲੀ ਲੱਗੀ ਸੀ। ਇਸ ਤੋਂ ਬਿਨਾਂ ਸੰਸਦ ਅਤੇ ਅਸੈਂਬਲੀ ਦੇ ਬਾਹਰ ਪੀਪਲਸ ਪੰਚਾਇਤ ਵੀ ਲੱਗਦੀ ਰਹੀ ਹੈ, ਪਰ ਕਿਸਾਨਾਂ ਦਾ ਇਹ ਵਰਤਾਰਾ ਪਹਿਲੀ ਵਾਰੀ ਵਾਪਰਿਆ। ਕਿਸਾਨ ਪਾਰਲੀਮੈਂਟ ਦੀ ਗੱਲ ਕਰ ਲਈਏ ਤਾਂ ਕੇਂਦਰ ਸਰਕਾਰ ਅਤੇ ਪੁਲਿਸ ਨੇ ਕਿਸਾਨ ਸੰਸਦ ਨੂੰ ਰੋਕਣ ਦੇ ਲਈ ਅੱਡੀ ਚੋਟੀ ਦਾ ਜ਼ੋਰ ਲਾ ਦਿੱਤਾ। ਅੱਡੀਆਂ ਚੁੱਕ ਕੇ ਜ਼ੋਰ ਲਾਇਆ ਪਰ ਜ਼ੋਰ ਚੱਲਿਆ ਨਹੀਂ। ਅੱਜ ਦਾ ਸਾਰਾ ਜਿਹੜਾ ਘਟਨਾਕ੍ਰਮ ਹੈ ਉਹ ਪ੍ਰਾਈਮ ਟਾਈਮ ਦੇ ਵਿੱਚ ਤੁਹਾਨੂੰ ਅਸੀਂ ਦੱਸਾਂਗੇ ਕਿ ਅੱਜ ਪੂਰਾ ਦਿਨ ਕੀ ਹੋਇਆ ਕਿਸਾਨਾਂ ਦੇ ਪਾਰਲੀਮੈਂਟ ਦੇ ਬਾਹਰ ਕਿਸਾਨ ਸੰਸਦ ਲਾਉਣ ਦੇ ਪ੍ਰੋਗਰਾਮ ਦੇ ਵਿੱਚ। ਪਰ ਇਹ ਵੀ ਰਚੇ ਜਾ ਰਹੇ ਇੱਕ ਇਤਿਹਾਸ ਦਾ ਪੰਨਾ ਹੀ ਹੈ ਕਿ ਸਰਕਾਰ ਅਤੇ ਪੁਲਿਸ ਦੋਵਾਂ ਨੂੰ ਕਿਸਾਨਾਂ ਦੀ ਸੰਸਦ ਚੱਲਦੇ ਰਹਿਣ ਦਾ ਅੱਕ ਚੱਬਣਾ ਪਿਆ। ਦਿੱਲੀ ਦੇ ਬਾਰਡਰ ਤੇ ਸ਼ੁਰੂ ਹੋਏ ਕਿਸਾਨ ਅੰਦੋਲਨ ਦੇ 2 ਮਹੀਨਿਆਂ ਬਾਅਦ ਜਦੋਂ ਕਿਸਾਨ ਮੋਰਚੇ ਦੇ ਵੱਲੋਂ 26 ਜਨਵਰੀ ਨੂੰ ਟਰੈਕਟਰ ਰੈਲੀ ਕੱਢੀ ਗਈ ਸੀ, ਉਹ ਵੀ ਇੱਕ ਇਤਿਹਾਸ ਸੀ। 26 ਜਨਵਰੀ ਯਾਨੀ ਕਿ ਦੇਸ਼ ਦੇ ਗਣਤੰਤਰ ਦਿਵਸ ਦੇ ਮੌਕੇ ਪਹਿਲੀ ਵਾਰੀ ਦੇਸ਼ ਦੇ ਵਿੱਚ ਹੋਇਆ ਸੀ ਕਿ ਸਰਕਾਰ ਜਿੱਥੇ ਵੱਡਾ ਪ੍ਰੋਗਰਾਮ ਤਾਂ ਕਰਦੀ ਹੈ ਗਣਤੰਤਰ ਦਿਹਾੜੇ ਮੌਕੇ 26 ਜਨਵਰੀ ਨੂੰ, ਤੇ ਉਸੇ ਦਿਨ ਹੀ ਮੁਲਕ ਦੇ ਕਿਸਾਨਾਂ ਦੇ ਵੱਲੋਂ ਲੱਖਾਂ ਦੀ ਗਿਣਤੀ ਦੇ ਵਿੱਚ ਟਰੈਕਟਰਾਂ ਦੇ ਨਾਲ ਟਰੈਕਟਰ ਪਰੇਡ ਕੱਢੀ ਗਈ। ਜਿੱਥੇ ਸਰਕਾਰੀ ਪਰੇਡ ਫੌਜ ਦੇ ਵੱਲੋਂ ਕੱਢੀ ਜਾਂਦੀ ਹੈ, ਦਮਖਮ ਦਿਖਾਇਆ ਜਾਂਦਾ ਹੈ, ਉੱਥੇ ਕਿਸਾਨਾਂ ਨੇ ਟਰੈਕਟਰਾਂ ਦੇ ਨਾਲ ਪਰੇਡ ਕੱਢੀ ਸੀ। ਇਹ ਵੱਖਰੀ ਗੱਲ ਹੈ ਕਿ ਸਰਕਾਰ ਨੇ ਉਸ ਦਿਨ ਕਿਸਾਨ ਅੰਦੋਲਨ ਨੂੰ ਢਾਹ ਲਾਉਣ ਦਾ ਹਰ ਹਰਬਾ ਵਰਤਿਆ ਸੀ, ਪਰ ਦਿਨ ਬੀਤਦੇ ਗਏ ਤੇ ਸੱਚ ਸਾਹਮਣੇ ਆਉਂਦਾ ਗਿਆ ਤੇ 3 ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਦੀਆਂ ਸੜਕਾਂ ਤੋਂ ਸ਼ੁਰੂ ਹੋਇਆ ਅੰਦੋਲਨ ਅੱਜ ਪੂਰੇ ਦੇਸ਼ ਦੇ ਵਿੱਚ ਫੈਲ ਚੁੱਕਿਆ ਤੇ ਪੂਰੀ ਦੁਨੀਆ ਦੇ ਵਿੱਚ ਆਪਣੀ ਇਸਨੇ ਪਛਾਣ ਬਣਾ ਲਈ ਹੈ। ਸਮਾਜ ਦਾ ਹਰੇਕ ਵਰਗ ਅੰਦੋਲਨ ਦੇ ਵਿੱਚ ਚਾਈ ਆਪਣਾ ਯੋਗਦਾਨ ਪਾ ਰਿਹਾ ਹੈ ਤੇ ਜਿਸਨੇ ਨਹੀਂ ਪਾਇਆ ਉਹ ਪਾਉਣ ਦੇ ਲਈ ਕਾਲਾ ਹੈ। ਤੇ ਹੁਣ ਸੰਸਦ ਦੇ ਅੰਦਰ ਤੇ ਬਾਹਰ 3 ਕਾਲੇ ਖੇਤੀ ਦੇ ਕਾਨੂੰਨਾਂ ਨੂੰ ਵਾਪਸ ਲੈਣ ਦੇ ਨਾਅਰੇ ਤੇ ਜੈਕਾਰੇ ਗੂੰਜ ਰਹੇ ਨੇ ਤੇ ਇੰਜ ਲੱਗ ਰਿਹਾ ਹੈ ਕਿ ਕਿਸਾਨ ਸਰਕਾਰ ਦਾ ਹੱਥ ਭੰਨ ਕੇ ਹੀ ਮੁੜਨਗੇ। ਧੰਨਵਾਦ।